ਦਰਸ਼ਕੋ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 18ਵੀਂ ਸਦੀ ਦੇ ਸਾਡੇ ਇੱਕ ਬਹਾਦਰ ਜਰਨੈਲ ਮਿਸਲਦਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਜਿਹੜਾ ਜਨਮ ਹੋਇਆ। ਉਹ ਗਿਆਨੀ ਭਗਵਾਨ ਸਿੰਘ ਜਿਹੜੇ ਕਿ ਬੜੇ ਬਹਾਦਰ ਸਨ, ਉਹ ਵੀ ਉਹਨਾਂ ਦੇ ਬੇਟੇ ਸਨ ਜੀ। ਔਰ 1802 ਦੇ ਵਿੱਚ ਸਰ ਜੱਸਾ ਸਿੰਘ ਰਾਮਗੜੀਆ ਨੇ ਚੜ੍ਹਾਈ ਕੀਤੀ। ਸੋ ਇਹ ਉਹ ਸਮੇਂ 1723 ਦੇ ਜਨਮ ਤੋਂ 1802 ਤੱਕ, ਜਦੋਂ ਕਿ ਉਹ ਲਾਹੌਰ ਦੀ ਫਤਿਹ ਹੋਏ। ਦਿੱਲੀ ਦੇ ਵਿੱਚ 30 ਹਜ਼ਾਰੀ ਖਾਲਸਾ ਜਿਸ ਨੇ 1783 ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ ਉਹਨਾਂ ਨੇ ਦਿੱਲੀ ਫਤਿਹ ਕੀਤੀ। ਔਰ ਮਿਸਲਾਂ ਦੇ ਹਵਾਲੇ ਨਾਲ ਜੇ ਦੇਖੀਏ ਕਿ ਮਹਾਰਾਜਾ ਰਣਜੀਤ ਸਿੰਘ ਬਾਅਦ ਤੋਂ ਉਹਨਾਂ ਨੇ ਵੱਡਾ ਐਮਪਾਇਰ ਬਣਾਇਆ। ਉਸ ਤੋਂ ਬਾਅਦ ਜੇ ਕਿਸੇ ਕੋਲ ਸਭ ਤੋਂ ਵੱਡਾ ਇਲਾਕਾ ਸੀ ਔਰ ਉਹਨਾਂ ਨੇ ਇੱਧਰੋਂ ਸ਼ੁਰੂ ਕਰ ਲਈ ਹੈ, ਜੇ ਅਸੀਂ ਦੁਆਬੇ ਚੋਂ, ਤੇ ਫਿਰ ਪਹਾੜਾਂ 'ਚ ਹਰਗੋਬਿੰਦਪੁਰ ਉਹਨਾਂ ਦੀ ਰਾਜਧਾਨੀ ਸੀ। ਔਰ ਇੱਧਰ ਕਾਂਗੜਾ, ਨੂਰਪੁਰ ਔਰ ਦੂਸਰੀਆਂ ਪਹਾੜੀ ਰਿਆਸਤਾਂ ਵੀ ਕੰਕਰ ਕੀਤੀਆਂ। ਕਈ ਵਾਰ ਉਹ ਆਪਣੇ ਜਥੇ ਨਾਲ ਜਿਹੜਾ ਦਿੱਲੀ ਕ੍ਰਾਸ ਕਰਕੇ ਗੰਗਾ ਔਰ ਜਮਨਾ ਦੇ ਵਿਚਾਲੇ ਇਲਾਕਿਆਂ 'ਚ ਵੀ ਜਿਹੜਾ ਉਹ ਉਹਨਾਂ ਤੋਂ ਉਗਰਾ ਲਿਆਉਂਦੇ ਸੀ ਮਾਮਲਾ। ਔਰ ਜਿਹੜੇ ਖਾਸ ਤੌਰ ਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਜਦੋਂ ਅਸੀਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਾਂ, ਦਰਬਾਰ ਸਾਹਿਬ ਦੇ, ਬੁੰਗਾ ਰਾਮਗੜੀਆ ਜਿਹੜਾ ਕਿ ਜੂਨ 84 ਦੀ ਜੰਗ ਵੇਲੇ ਵੀ ਇੱਕ ਜ਼ੋਰਦਾਰ ਮੋਰਚਾ ਸੀ। ਔਰ ਇਹ ਦੱਸਦਾ ਹੈ ਵੀ ਉਹਨਾਂ ਦੀ ਈਵਨ ਟੈਕਨੀਕਲ ਸਕਿੱਲਸ ਕੀ ਸੀ ਜੀ। ਰਾਮ ਰੌਣੀ ਦਾ ਪਹਿਲਾ ਕਿਲਾ, ਜਾਂ ਜਿਹੜੀ ਇੱਕ ਛੋਟਾ ਜਿਹਾ ਕਿਲਾ ਵੀ ਨਹੀਂ ਸੀ, ਰੌਣੀ ਤਾਂ ਛੋਟੀ ਜਿਹੀ ਗੜੀ ਨੂੰ ਕਹਿੰਦੇ ਨੇ, ਉਸ ਰਾਮ ਰੌਣੀ ਨੂੰ ਉਹਨਾਂ ਨੇ ਇੱਕ ਵੱਡੇ ਕਿਲੇ ਦੇ ਰੂਪ 'ਚ ਤਬਦੀਲ ਕੀਤਾ ਸੀ ਰਾਮਗੜ੍ਹ, ਜਿਸ ਤੋਂ ਰਾਮਗੜੀਆ ਸ਼ਬਦ ਉਹਨਾਂ ਦੇ ਨਾਲ ਲੱਗਾ। ਔਰ ਉਹਨਾਂ ਬਾਰੇ ਬਹੁਤ ਸਾਰੇ ਜਿਹੜੇ ਵਾਕਿਆ ਨੇ ਕਿ ਕਿਵੇਂ ਉਹਨਾਂ ਨੇ ਜਿਹੜਾ ਹਿੰਦੂ ਲੜਕੀਆਂ ਜਿਨ੍ਹਾਂ ਨੂੰ ਕਿ ਜਿਹੜੇ ਜ਼ਾਬਰ ਹਾਕਮ ਸੀ ਜਾਂ ਕੋਈ ਫੌਜਦਾਰ ਸੀ ਉਹ ਲੈ ਜਾਂਦੇ ਸੀ, ਉਹਨਾਂ ਨੂੰ ਉਹ ਛੁਡਾ ਕੇ ਕਿਵੇਂ ਘਰੀਂ ਪਹੁੰਚਾਉਂਦੇ ਰਹੇ। ਸੋ ਇਹ ਇੱਕ ਬਹਾਦਰ ਜਰਨੈਲ ਸੀ। ਇਹਨਾਂ ਦਾ ਇੱਕੋ ਇੱਕ ਬੇਟਾ ਜੋਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਹਨਾਂ ਦੀ ਸਰਵਿਸ 'ਚ ਵੀ ਰਿਹਾ, ਪਰ ਉਹ ਉਹਨਾਂ ਨਾਮਣਾ ਨਹੀਂ ਖੱਟ ਸਕਿਆ। ਔਰ ਹੌਲੀ ਹੌਲੀ ਰਾਮਗੜੀਆ ਮਿਸਲ ਦਾ ਸਾਰਾ ਇਲਾਕਾ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਬਣੇ। 1739 'ਚ ਸਿੱਖਾਂ ਨੇ ਨਾਦਰ ਸ਼ਾਹ ਦੇ ਉੱਤੇ, ਜਿਹੜਾ ਕਿ ਦਿੱਲੀ ਲੁੱਟ ਕੇ ਚੰਗੀ ਤਰ੍ਹਾਂ, ਨਾਦਰ ਸ਼ਾਹੀ ਲੁੱਟ ਉਹਦੇ ਤੋਂ ਹੀ ਸ਼ਬਦ ਬਣਿਆ, ਵਾਪਸ ਈਰਾਨ ਨੂੰ ਜਾ ਰਿਹਾ ਸੀ ਕਿਉਂਕਿ ਈਰਾਨ ਦਾ ਰਹਿਣ ਵਾਲਾ ਸੀ। ਸੋ ਜਿਉਂ ਹੀ ਇਹ ਦਰਿਆ ਕ੍ਰਾਸ ਕੀਤਾ, ਜਿੰਨੇ 3 ਦਰਿਆ ਪੈਂਦੇ ਨੇ ਜਦੋਂ ਕਿ ਰਾਵੀ, ਚਨਾਬ, ਜੇਹਲਮ, ਤੇ ਸਿੱਖ ਫਿਰ ਘੇਰ ਲੈਂਦਾ ਸੀ। ਜਾਂਦਿਆਂ ਨੂੰ ਪਾਸੇ ਹੋ ਜਾਂਦਾ ਸੀ, ਕਹਿੰਦੇ ਸੀ ਲਿਆਓ ਲੁੱਟ ਕੇ, ਜਾਂਦਿਆਂ ਨੂੰ ਫਿਰ ਨਾਲੇ ਲੁੱਟ ਦਾ ਮਾਲ ਲੈ ਆਉਂਦੇ ਸੀ। ਔਰ ਹਜ਼ਾਰਾਂ ਹਿੰਦੂ ਲੜਕੀਆਂ ਜਿਨ੍ਹਾਂ ਨੂੰ ਨਾਦਰ ਸ਼ਾਹ ਲਿਜਾ ਰਿਹਾ ਸੀ ਲੁੱਟ ਦਾ ਮਾਲ ਸਮਝ ਕੇ, ਉਹਨਾਂ ਨੇ ਛਡਾਇਆ ਔਰ ਸਭ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਜੀ। 1834 ਦੇ ਵਿੱਚ ਅੱਜ ਦੇ ਦਿਨ ਸਰ ਹਰੀ ਸਿੰਘ ਨਲੂਆ ਨੇ ਪਿਸ਼ਾਵਰ ਦੇ ਉੱਤੇ ਪੱਕਾ ਕਬਜ਼ਾ ਕੀਤਾ। ਉਸ ਤੋਂ ਪਹਿਲਾਂ ਟ੍ਰਿਬਿਊਟਰੀ ਸਟੇਟ ਸੀ, ਉੱਥੋਂ ਦੇ ਅਫਗਾਨ ਹਾਕਮ ਹੀ ਰੱਖਦੇ ਸੀ, ਉਹ ਲਾਹੌਰ ਨੂੰ ਆਪਣੇ ਉਹ ਟ੍ਰਿਬਿਊਟ ਦਿੰਦੇ ਸੀ ਨਜ਼ਰਾਨਾ, ਤੇ ਕਈ ਵਾਰੀ ਨਹੀਂ ਸੀ ਪਹੁੰਚਾਉਂਦੇ। ਪਰ 1834 ਦੇ ਵਿੱਚ ਨਲੂਏ ਨੇ ਫਿਰ ਪੱਕੇ ਤੌਰ ਤੇ, ਔਰ ਨਲੂਆ ਹੀ ਪਹਿਲਾ ਗਵਰਨਰ ਪਿਸ਼ਾਵਰ ਦਾ ਬਣਿਆ, ਕਬਜ਼ਾ ਕੀਤਾ ਜੀ। 1948 'ਚ ਜਿਹੜੀਆਂ ਸਿੱਖ ਰਿਆਸਤਾਂ 6-7 ਸਨ, ਜਿਨ੍ਹਾਂ ਦੇ ਵਿੱਚ ਪਟਿਆਲਾ, ਕਪੂਰਥਲਾ, ਨਾਭਾ, ਜੀਂਦ, ਕਲਸੀਆਂ, ਫਰੀਦਕੋਟ ਇਤਿਆਦਿਕ, ਮਲੇਰਕੋਟਲਾ, ਇਹਨਾਂ ਨੂੰ ਮਿਲਾ ਕੇ ਇੱਕ ਸਟੇਟ ਬਣਾਈ ਗਈ ਜਿਹਦਾ ਨਾਂ ਰੱਖਿਆ ਗਿਆ ਪੈਪਸੂ, ਜਿਹਦਾ ਮਤਲਬ ਸੀ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ ਜੀ। ਔਰ ਇਹ 1956 1 ਨਵੰਬਰ ਨੂੰ ਫਿਰ ਪੈਪਸੂ ਨੂੰ ਤੋੜ ਕੇ ਸਾਰਾ ਇੱਕ ਪੰਜਾਬ ਕਰ ਦਿੱਤਾ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1494 'ਚ ਕੋਲੰਬਸ ਨੇ ਜਮਾਇਕਾ ਦੇਸ਼ ਲੱਭਿਆ, ਤੇ ਫਿਰ ਜਮਾਇਕਾ ਦੇ ਕਾਲਿਆਂ ਨੂੰ ਗੁਲਾਮ ਬਣਾ ਕੇ ਇੰਗਲੈਂਡ ਲਿਆਂਦੇ ਗਏ। ਤੇ ਅੱਜ ਹਾਲ ਇਹ ਹੈ ਵੀ ਅੰਗਰੇਜ਼ਾਂ ਤੋਂ ਬਾਅਦ ਸਭ ਤੋਂ ਦੂਜੀ ਆਬਾਦੀ ਗੋਰਿਆਂ ਤੋਂ ਬਾਅਦ ਕਾਲਿਆਂ ਦੀ ਹੈ ਜੀ। ਬਹੁਤ ਸਾਰਿਆਂ ਨੇ ਗੋਰੀਆਂ ਨਾਲ ਵਿਆਹ ਕੀਤੇ ਨੇ ਤੇ ਅੱਗੋਂ ਕਾਲੇ ਜੰਮੇ ਨੇ ਜੀ। ਸੋ ਜਿਹੜੇ ਗੁਲਾਮ ਸੀ ਔਰ ਇਹਨਾਂ ਨਾਲ ਬਹੁਤ ਬਦਸਲੂਕੀ ਕਰਦੇ ਰਹੇ ਜਦੋਂ ਤੱਕ ਈਵਨ ਸਲੇਵਰੀ ਖਤਮ ਨਹੀਂ ਹੋਈ। 1821 ਦੇ ਵਿੱਚ ਨੈਪੋਲੀਅਨ ਦੀ ਅੱਜ ਦੇ ਦਿਨ ਡੈਥ ਹੋਈ। 1865 'ਚ ਅਮਰੀਕਾ ਨੇ ਗੁਲਾਮੀ ਖਤਮ ਕੀਤੀ, ਪ੍ਰੋਕਲੇਮੇਸ਼ਨ ਅਬਰਾਹਿਮ ਲਿੰਕਨ ਦੀ ਜੀ। 1912 'ਚ ਰੂਸੀ ਕਮਿਊਨਿਸਟ ਪਾਰਟੀ ਨੇ ਆਪਣਾ ਜਿਹੜਾ ਅਖਬਾਰ ਹੈ ਪ੍ਰਵਦਾ, ਇਹ ਸ਼ੁਰੂ ਕੀਤਾ। ਔਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੂਨ 84 'ਚ, ਸਭ ਤੋਂ ਪਹਿਲਾਂ ਇਸ ਪ੍ਰਵਦਾ ਅਖਬਾਰ ਦੇ ਵਿੱਚ ਵੈਲਕਮ ਕੀਤਾ ਗਿਆ ਸੀ ਕਮਿਊਨਿਸਟ ਪਾਰਟੀ ਵੱਲੋਂ, ਔਰ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਗਈ ਸੀ। ਸੋ ਇਹ ਕਮਿਊਨਿਸਟਾਂ ਦਾ ਰੋਲ ਰਿਹਾ ਸਿੱਖਾਂ ਪ੍ਰਤੀ ਹਮੇਸ਼ਾ। 1916 ਦੇ ਵਿੱਚ US ਮੈਰੀਨਸ ਨੇ ਡੋਮਿਨਿਕਨ ਰਿਪਬਲਿਕ ਦੇ ਉੱਤੇ ਅਟੈਕ ਕੀਤਾ
ਤੇ ਲਗਭਗ ਫਿਰ ਉੱਥੇ 6 ਸਾਲ ਰਹੇ ਕਬਜ਼ਾ ਜਮਾ ਕੇ 8 ਸਾਲ 1916 ਤੋਂ 1924 ਤੱਕ ਜੀ 1930 ਚ ਪਹਿਲੀ ਔਰਤ ਨੇ ਸੋਲੋ ਫਲਾਈ ਕੀਤਾ ਯੂਕੇ ਤੋਂ ਆਸਟ੍ਰੇਲੀਆ 1942 ਦੇ ਵਿੱਚ ਯੂਐਸ ਨੇ ਅਮਰੀਕਾ ਦੇ ਵਿੱਚ ਖੰਡ ਦੀ ਰਾਸ਼ਨਿੰਗ ਸ਼ੁਰੂ ਹੋਈ ਕਿਉਂਕਿ ਸੈਕੰਡ ਵਰਲਡ ਵਾਰ ਚੱਲ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਜੀ ਇੰਨੀ ਖੰਡ ਹੀ ਮਿਲੇਗੀ ਵਾਧੂ ਨਹੀਂ ਚੰਗਾ ਸੀ ਖੰਡ ਨਹੀਂ ਕਹਾਣੀ ਸੀ ਜੀ 1944 ਚ ਗਾਂਧੀ ਨੂੰ ਕੁਇਟ ਇੰਡੀਆ ਮੂਵਮੈਂਟ ਦੇ ਦੌਰਾਨ ਫੜਿਆ ਸੀ 1942 ਚ 1944 ਚ ਉਹਨੂੰ ਰਿਹਾ ਕੀਤਾ 1955 ਚ ਪਹਿਲੀ ਵਾਰ ਭਾਰਤੀ ਪਾਰਲੀਮੈਂਟ ਨੇ ਹਿੰਦੂ ਲਾਅ ਹਿੰਦੂ ਮੈਰਿਜ ਐਕਟ ਐਡੋਪਸ਼ਨ ਐਕਟ ਔਰ ਮਾਈਨੋਰਿਟੀ ਐਕਟ ਇਹ ਪਾਸ ਕੀਤੇ ਔਰ ਸਿੱਖਾਂ ਨੂੰ ਜਿਹੜਾ ਆਰਟੀਕਲ 25B ਨੇ ਪਹਿਲਾਂ ਹੀ ਬਣਾਇਆ ਸੀ ਪਰ ਇਹ ਜਿਹੜੇ 5 ਲਾਅ ਹੋਰ ਹਿੰਦੂ ਮੈਰਿਜ ਐਕਟ ਵਗੈਰਾ ਇਹਦੇ ਥੱਲੇ ਅੱਗੋਂ ਹਿੰਦੂ ਬਣਾ ਦਿੱਤਾ ਜੀ 1964 ਦੇ ਵਿੱਚ ਕਿਊਬੈਕ ਦੇ ਵਿੱਚ ਜਿਹੜੇ ਅੱਡ ਆਜ਼ਾਦੀ ਚਾਹੁੰਦੇ ਸੀ ਉਹਨਾਂ ਨੇ ਰਾਈਟਿੰਗ ਕੀਤੀ ਔਰ ਕੁਝ ਜਾਨੀ ਨੁਕਸਾਨ ਹੋਇਆ 2012 ਦੇ ਵਿੱਚ ਚੰਦਰਮਾ ਜਿਹੜਾ ਹੈ ਉਹ ਸੁਪਰ ਮੂਨ ਬਣ ਕੇ ਜ਼ਮੀਨ ਦੇ ਕਾਫੀ ਨੇੜੇ ਆ ਗਿਆ ਔਰ 2012 ਦੇ ਵਿੱਚ ਜਾਪਾਨ ਨੇ ਆਪਣਾ ਲਾਸਟ ਜਿਹੜਾ ਨਿਊਕਲੀਅਰ ਰਿਐਕਟਰ ਸੀ ਉਹ ਬੰਦ ਕਰ ਦਿੱਤਾ ਔਰ ਇਹ 1960 ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਸਾਰੀ ਨਿਊਕਲੀਅਰ ਪਾਵਰ ਇਸ ਤਰ੍ਹਾਂ ਖਤਮ ਕੀਤੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡਾ ਅੱਜ ਦਾ ਸਵਾਲ ਹੈ ਗ੍ਰੀਨ ਪੀਸ ਸੰਸਥਾ ਨੇ ਭਾਰਤ ਵਿੱਚ 1 ਮਹੀਨੇ ਦੇ ਵਿੱਚ 2 ਆਪਣੇ ਦਫ਼ਤਰ ਬੰਦ ਕਰਨ ਦੀ ਅਨਾਉਂਸਮੈਂਟ ਕੀਤੀ ਹੈ ਜੀ ਡਾਕਟਰ ਸਾਹਿਬ ਕੀ ਹੈ ਇਹ ਅਨਾਉਂਸਮੈਂਟ ਦੇਖੋ ਉਹਨਾਂ ਨੇ ਸਾਰੇ ਹੀ ਦਫ਼ਤਰ ਬੰਦ ਕਰਨ ਦਾ ਕੀਤਾ ਉਹਨਾਂ ਨੇ ਆਪਣੇ ਸਟਾਫ ਔਰ ਦੂਜਿਆਂ ਨੂੰ ਵੀ ਕਿਹਾ ਵੀ ਕਿਉਂਕਿ ਅਸੀਂ ਇਹਨੂੰ ਡਿਸਕਸ ਕੀਤਾ ਸੀ ਕਿ ਕਿਵੇਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪਹਿਲਾਂ ਗ੍ਰੀਨ ਪੀਸ ਫਿਰ ਅਮਰੀਕਾ ਦੀ ਸੰਸਥਾ ਫੋਰਡ ਫਾਊਂਡੇਸ਼ਨ ਔਰ ਉਸ ਤੋਂ ਬਾਅਦ 9000 NGOs ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਉਹਨਾਂ ਨੂੰ ਇਹਨਾਂ ਦੋਨਾਂ ਨੂੰ ਤਾਂ ਉਹਨਾਂ ਨੇ ਗ੍ਰੀਨ ਪੀਸ ਨੂੰ ਕਿਉਂਕਿ এনवायरमेंट ਤੇ ਕੰਮ ਕਰਦੀ ਹੈ ਉਹਨਾਂ ਨੇ ਕਿਹਾ ਜੀ ਇਹ ਸਾਡੀ ਬਦਨਾਮੀ ਕਰਦੇ ਨੇ ਜੀ ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਈਵਨ ਅੱਜ ਕੁਲਦੀਪ ਨਈਅਰ ਜਿਹੜਾ ਬੜਾ ਨੈਸ਼ਨਲਿਸਟ ਹੈ ਉਹਨੇ ਵੀ ਕਿਹਾ ਵੀ ਇਹ ਕੀ ਹੋਇਆ ਇਹਨਾਂ ਨੂੰ RSS ਸਰਕਾਰ ਨੂੰ ਇਹ ਤਾਂ ਸਾਰੀਆਂ ਹੀ NGOs ਨੂੰ ਜਿਹੜਾ ਬੰਦ ਕਰ ਰਹੇ ਨੇ ਉਹਨੇ ਯਾਦ ਕਰਵਾਇਆ ਕਿ ਜੀ ਤੁਹਾਡੇ ਵੀ ਬੰਦੇ NGOs ਦੇ ਵਿੱਚ ਰਹੇ ਨੇ ਫਿਰ ਉਹਨੇ ਉਹਨਾਂ ਦਾ ਜ਼ਿਕਰ ਕੀਤਾ ਜਿਹੜੀ ਸੀਤਲਵਾਦ ਔਰ ਦੂਜੀ ਗੁਜਰਾਤ ਦੇ ਵਿੱਚ ਲੇਡੀ ਹੈ ਕਿ ਉਹਨਾਂ ਦੇ ਜਿਹੜੇ ਕ੍ਰੈਡੈਂਸ਼ੀਅਲਸ ਨੇ ਉਹ ਤਾਂ ਇੰਪੈਕੇਬਲ ਨੇ ਕੋਈ ਉਹਨਾਂ ਦੀ ਇਮਾਨਦਾਰੀ ਤੇ ਕਿਵੇਂ ਸ਼ੱਕ ਕਰ ਸਕਦਾ ਪਰ ਜ਼ਾਹਰ ਹੈ ਜਿਵੇਂ ਅਸੀਂ ਇਹ ਸਮਝਦੇ ਹਾਂ ਵੀ ਹੁਣ ਗ੍ਰੀਨ ਪੀਸ ਦਾ ਇੰਨਾ ਜ਼ਿਆਦਾ ਕੰਮ ਹੈ ਕਿ ਇਹਨਾਂ ਦੀਆਂ ਤਾਂ ਆਪਣੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਗ੍ਰੀਨ ਪਾਰਟੀ ਜਿਹੜੀ ਹੈ ਉਹ ਇਹ ਸਾਰੇ এনवायरमेंट ਦੇ ਉੱਤੇ ਆ ਕੇ ਖੜੀ ਹੋਈ ਹੈ ਜੀ ਔਰ ਇਹ ਵੀ ਸ਼ਾਇਦ ਇੱਕ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ ਕਿ ਇਹ ਜਦੋਂ ਹੁਣ ਇੱਕ ਗੈਪ ਕ੍ਰੀਏਟ ਇਹਨਾਂ ਨੇ ਕਰ ਦਿੱਤਾ ਹੈ ਕਿਉਂਕਿ ਬਿਲੀਅਨਸ ਆਫ ਡਾਲਰਸ ਔਰ ਉਹਨੇ ਕਿਹਾ ਨਈਅਰ ਨੇ ਵੀ ਕਿ ਵੀ ਸਾਰੀ ਫੰਡਿੰਗ ਤਾਂ ਪਹਿਲਾਂ ਹੀ ਜਿਹੜੀ ਹੈ ਉਹ ਇਹਨਾਂ ਦੀ ਉਸ ਸਿਸਟਮ ਰਾਹੀਂ ਜਾਂਦੀ ਹੈ ਰਿਜ਼ਰਵ ਬੈਂਕ ਰਾਹੀਂ ਜਾਂਦੀ ਹੈ ਜਿਹੜੀ ਕਿ ਟਰਾਂਸਪੇਰੈਂਟ ਹੈ ਜੀ ਲੇਕਿਨ ਇਹ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਥਾਂ ਤੇ ਆਪਣਾ ਹਿੰਦੂਤਵਾਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀਆਂ ਸੰਸਥਾਵਾਂ ਉਹਨਾਂ ਨੂੰ ਵਿੱਚ ਵਾੜਨਗੇ ਔਰ ਤਾਂ ਕਿ ਜਿਹੜਾ ਬਿਲਕੁਲ ਜਿਹੜਾ ਹਿੰਦੂਤਵਾ ਦਾ ਏਜੰਡਾ ਹੈ ਹਰ ਪਾਸੇ ਤੋਂ ਮੁਕੰਮਲ ਹੋਏ ਸੋ ਗ੍ਰੀਨ ਪੀਸ ਨੇ ਆਪਣਾ ਅਨਾਉਂਸ ਕਰ ਦਿੱਤਾ ਹੈ ਉਹਨਾਂ ਨੇ ਆਪਣੇ ਸਟਾਫ ਨੂੰ ਕਿਹਾ ਹਾਲਾਂ 10-12 ਸਾਲ ਤੋਂ ਬੜੀ ਕਾਮਯਾਬੀ ਨਾਲ ਚੱਲ ਰਹੀ ਸੀ ਬਹੁਤ ਕੰਮ ਕੀਤਾ ਇਹਨਾਂ ਨੇ ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਔਰ ਅਸੀਂ ਆਪਣਾ ਇੰਡੀਆ ਆਪਰੇਸ਼ਨ ਜਿਹੜਾ ਬੰਦ ਕਰ ਰਹੇ ਹਾਂ ਸੋ ਇਹ ਡੈਮੋਕ੍ਰੇਸੀ ਹੈ ਦਾ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅਸੀਂ ਵਿਚਾਰ ਲਈ ਸੰਸਕ੍ਰਿਤੀ ਸ਼ਲੋਕ ਜਿਹੜੇ ਆ ਉਹ ਵਿਚਾਰ ਦੀ ਨਿਕਤਨ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੇ ਰਚੇ ਸੰਸਕ੍ਰਿਤੀ ਸ਼ਲੋਕ ਤਾਂ ਅਸੀਂ ਆਲਰੇਡੀ ਵਿਚਾਰ ਅਧੀਨ ਕਰ ਚੁੱਕੇ ਹਾਂ ਜੀ ਅੱਜ ਮਹੱਲਾ 5ਵਾਂ ਦਾ ਸ਼ਲੋਕ ਹੈ ਇੱਕ ਔਰ ਇਸ ਸ਼ਲੋਕ ਦੀ ਸ਼ੁਰੂਆਤ ਤੋਂ ਪਹਿਲਾਂ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਫਿਰ ਇਹ ਸ਼ਲੋਕ ਹੈ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤੈ ਕਤੰਚ ਭਰਾਤਾ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਯਤੈ ਕਤੰਚ ਚਪਲ ਮੋਹਣੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਤਯੰ ਅਚੁੱਤ ਤਨਹਿ ਜੀ ਕਚੰਦ ਕਹਿੰਦੇ ਨੇ ਕਿ ਕੀ ਹੈ ਵੀ ਮਾਂ ਪਿਓ ਬਨਿਤਾ ਵਾਈਫ ਇਸਤਰੀ ਸੁਤਾ ਪੁੱਤਰ ਕਿ ਜਿਸ ਮੋਹ ਦੇ ਵਿੱਚ ਅਸੀਂ ਲੱਗੇ ਹਾਂ ਇਹ ਕੀ ਨੇ ਕਤੰਚ ਭਰਾ ਮੀਤ ਦੋਸਤ ਹਿਤ ਬੰਧਵ ਸਾਥੀ ਕਤੰਚ ਮੋਹ ਕੁਟੰਬਯਤੰ ਕਿ ਆਪਣੇ ਟੱਬਰ ਦਾ ਪਿਆਰ ਇਹ ਕੀ ਹੈ ਸਾਰਾ
ਕਤੰਚ ਚਪਲ ਮੋਹਣੀ ਕਿ ਖੂਬਸੂਰਤ ਔਰਤ ਦੇ ਪਿੱਛੇ ਜਿਹਦਾ ਰੂਪ ਰੂਪੰਗ ਪੇਖੰਤੇ ਤਿਆਗੰ ਕ੍ਰੋਧ ਕਿ ਜਿਹੜਾ ਇੱਕ ਨਜ਼ਰ ਦੇਖਿਆ ਹੀ ਜਿਹੜਾ ਹੈ ਉਹ ਫਿਰ ਖਤਮ ਹੋ ਜਾਂਦਾ ਹੈ ਉਸ ਦਾ ਅਸਰ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਸਾਰੇ ਨੂੰ ਜਿਹੜਾ ਕਿ ਥੋੜ ਚਿਰ ਹੈ ਜਿਹਦੇ ਚੋਂ ਅਸੀਂ ਗ੍ਰਸਤ ਚੋਂ ਮਾਤਾ ਪਿਤਾ ਭੈਣ ਭਰਾ ਉਹਨਾਂ ਨੂੰ ਅਲਟੀਮੇਟ ਟਰੂਥ ਸਮਝਦੇ ਹਾਂ। ਪਰ ਟਰੂਥ ਕੀ ਹੈ? ਰਹੰਤ ਸੰਗ ਭਗਵਾਨ ਸਿਮਰਨ ਕਿ ਅਖੀਰ ਜਿਸ ਚੀਜ਼ ਨੇ ਰਹਿਣਾ ਉਹ ਰੱਬ ਦੀ ਯਾਦ ਹੈ, ਰੱਬ ਦਾ ਸਿਮਰਨ ਹੈ। ਨਾਨਕ ਲਭਤਯੰਗ ਅਛੁੱਤ ਤਨਹਿ ਕਿ ਜੇ ਅਸੀਂ ਇਸ ਨਾਲ ਜੁੜਦੇ ਹਾਂ ਤੇ ਇਸ ਨੇ ਸਦਾ ਸਾਡੇ ਨਾਲ ਰਹਿਣਾ। ਔਰ ਇਸ ਦੇ ਨਾਲ ਹੀ ਨਾਨਕ ਲਭਤਯੰਗ ਅਛੁੱਤ ਤਨਹਿ ਕਿ ਜੇ ਅਸੀਂ ਉਸ ਅਛੁੱਤ ਇੰਪੈਰੀਸ਼ੇਬਲ ਨਿਰੰਕਾਰ ਦੇ ਨਾਲ ਜੁੜਾਂਗੇ ਤੇ ਉਸ ਦੀਆਂ ਬਲੇਸਿੰਗਸ ਉਸ ਦੀਆਂ ਬਖਸ਼ਿਸ਼ਾਂ ਸਾਡੇ ਜੀਵਨ ਦੇ ਵਿੱਚ ਹੋਣਗੀਆਂ ਔਰ ਅਸੀਂ ਆਨੰਦ ਦੇ ਵਿੱਚ ਹੋਵਾਂਗੇ ਜੀ। ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84 ਤੇ ਜਾਂਦੇ ਜਾਂਦੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।